क्योंकि कोई इंग्लिश बोलता नहीं सीगा ते जे तुसीं माड़ी मोटी इंग्लिश बोलण दी कोशिश भी करदे सीगे तां सामने वाले लोग ना तुहानूं झिड़क दिंदे सीगे कि बड्डा अंग्रेज आया। ते जिहड़ी भी जगह तुसीं दिल्ली विच जाओ ना इंस्टीट्यूट दे विच जां कोई भी सेंटर हुंदा सीगा, पहला सवाल उहने पुछना तुहानूं देख के हाउ कैन आई हैल्प यू। ਤੇ ਮੇਰੇ ਵਰਗਾ ਮਾਤਰ ਬੰਦਾ ਜਿਹੜਾ ਪਿੰਡ ਤੋਂ ਆਇਆ ਸੀਗਾ ਤੇ ਇਹ ਸਮਝ ਨਹੀਂ ਆਉਂਦੀ ਸੀ ਕਿ ਹੁਣ ਜਵਾਬ ਕਿੱਦਾਂ ਦਈਏ। ਤਾਂ ਐਂ ਲੱਗਦਾ ਸੀ ਕਦੇ ਕਦੇ ਕਿ ਦਿਲ ਜਿਹੜਾ ਨਾ ਇੰਨਾ ਜ਼ੋਰ ਨਾਲ ਧੜਕ ਰਿਹਾ ਕਿ ਕਿਤੇ ਫਟ ਕੇ ਬਾਹਰ ਨਾ ਆ ਜਾਵੇ। ਬਾਅਦ 'ਚ ਮੈਨੂੰ ਇਹ ਸਮਝ ਆਈ ਕਿ ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਨਦੀਪ ਸਿੰਘ ਥਿੰਦ ਹੈ ਅਤੇ ਮੈਂ ਅੱਜ ਤੁਹਾਡੇ ਨਾਲ ਇਹ ਸਾਂਝਾ ਕਰਨ ਆਇਆ ਕਿ ਕਿੱਦਾਂ ਮੈਂ ਇੱਕ ਛੋਟੇ ਜਿਹੇ ਪਿੰਡ ਬਿਸ਼ਨਗੜ੍ਹ ਤੋਂ ਨਿਕਲ ਕੇ ਲੰਡਨ ਦਾ ਸਫ਼ਰ ਤੈਅ ਕੀਤਾ। ਮੈਂ ਦੁਨੀਆ ਦੇ ਵਿੱਚ ਘੱਟੋ ਘੱਟ 22 ਮੁਲਕਾਂ ਦੇ ਵਿੱਚ ਆਲਰੇਡੀ ਇੰਗਲਿਸ਼ 800 ਤੋਂ ਜ਼ਿਆਦਾ ਵਰਕਸ਼ਾਪ ਕਰ ਚੁੱਕਿਆ, 5 ਇੰਗਲਿਸ਼ ਦੀਆਂ ਕਿਤਾਬਾਂ ਲਿਖ ਚੁੱਕਿਆ ਅਤੇ ਮੈਂ ਅੱਜ ਇਸੇ ਟਾਈਮ ਇੰਟਰਨੈਸ਼ਨਲ ਸਪੀਕਰ, ਟ੍ਰੇਨਰ ਅਤੇ ਆਥਰ ਅਤੇ ਕੋਚ ਹਾਂ। ਅਤੇ ਜਿਹੜਾ ਮੇਰਾ ਇੰਗਲਿਸ਼ ਨਾਲ ਰਿਸ਼ਤਾ ਸੀਗਾ ਨਾ ਉਹ ਇੰਨਾ ਵਧੀਆ ਨਹੀਂ ਸੀਗਾ ਅਤੇ ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰਨਾ ਆਇਆ ਅਤੇ ਕਿੱਦਾਂ ਮੇਰੀ ਇੰਗਲਿਸ਼ ਇੰਪਰੂਵ ਹੋਈ, ਕਿੱਦਾਂ ਬਿਹਤਰ ਬਣੀ ਅਤੇ ਕਿੱਦਾਂ ਮੈਂ ਅੱਜ ਕੱਲ੍ਹ ਬੜੇ ਆਰਾਮ ਨਾਲ ਕਿਤੇ ਵੀ ਦੁਨੀਆ ਦੇ ਵਿੱਚ ਇੰਗਲਿਸ਼ ਸਪੀਕਿੰਗ ਕਰ ਸਕਦਾ। ਮੇਰਾ ਜਨਮ ਕਲਕੱਤੇ ਹੋਇਆ ਕਿਉਂਕਿ ਮੇਰੇ ਡੈਡ ਕਈ ਸਾਲ ਪਹਿਲਾਂ ਕਲਕੱਤੇ ਗਏ ਸੀਗੇ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਅਤੇ ਉਹ ਉੱਥੇ ਟੈਕਸੀ ਚਲਾਉਂਦੇ ਹੁੰਦੇ ਸੀਗੇ। ਅਤੇ ਮੈਨੂੰ ਹਲੇ ਵੀ ਯਾਦ ਆ ਹਰ ਸਾਲ ਗਰਮੀ ਦੀ ਛੁੱਟੀ ਹੁੰਦੀ ਸੀ, ਸਕੂਲਾਂ ਦੇ ਐਗਜ਼ਾਮ ਹੋ ਜਾਂਦੇ ਆ, ਅਸੀਂ ਪਿੰਡ ਜਾਇਆ ਕਰਦੇ ਸੀਗੇ। ਕੁਦਰਤੀ ਮੇਰੇ ਤਾਇਆ ਜੀ ਜਦ ਮੇਰੇ ਐਗਜ਼ਾਮ ਚੱਲ ਰਹੇ ਸੀ ਉਦੋਂ ਆਏ ਹੋਏ ਸੀਗੇ ਪੰਜਾਬ ਤੋਂ, ਅਤੇ ਜਦ ਮੇਰਾ ਐਗਜ਼ਾਮ ਖਤਮ ਹੋਇਆ ਨਾ ਤਾਂ ਮੈਂ ਆਪਣੇ ਤਾਇਆ ਜੀ ਨਾਲ ਪਿੰਡ ਨਿਕਲ ਗਿਆ ਅਤੇ ਮੇਰੇ ਮੰਮੀ ਡੈਡੀ ਅਤੇ ਮੇਰੇ ਭੈਣ ਨੇ ਕੁਝ ਦਿਨ ਰੁਕ ਕੇ ਆਉਣਾ ਸੀਗਾ। ਮੈਂ ਪਿੰਡ 'ਚ ਆਪਦਾ ਟਾਈਮ ਜਿਹੜਾ ਛੁੱਟੀ ਜਿਹੜੀ ਮਨਾ ਰਿਹਾ ਸੀਗਾ ਅਤੇ ਉਦੋਂ ਕੋਈ ਕਾਲ ਆਈ ਮੇਰੇ ਤਾਇਆ ਜੀ ਨੂੰ ਆਈ। ਮੈਨੂੰ ਤਾਂ ਪਤਾ ਨਹੀਂ ਕਿਉਂਕਿ ਸਾਡੇ ਫ਼ੋਨ ਨਹੀਂ ਹੁੰਦਾ ਸੀਗਾ ਤਾਇਆ ਜੀ ਦੇ ਘਰੇ, ਉਹ ਕਿਸੇ ਗੁਆਂਢੀ ਦੇ ਕੋਲ ਇੱਕ ਫ਼ੋਨ ਹੁੰਦਾ ਸੀ ਪਿੰਡ ਦੇ ਵਿੱਚ, ਇੱਕੋ ਹੀ ਫ਼ੋਨ ਹੁੰਦਾ ਸੀ ਉਸ ਟਾਈਮ, ਸਰਦਾਰ ਜੀ ਦਾ ਘਰ ਵੱਜਦਾ ਹੁੰਦਾ ਸੀ, ਉੱਥੇ ਇੱਕ ਫ਼ੋਨ ਆਇਆ ਅਤੇ ਮੇਰੇ ਤਾਇਆ ਜੀ ਨੇ ਆ ਕੇ ਮੈਨੂੰ ਕਿਹਾ ਕਿ ਹੁਣ ਕਲਕੱਤੇ ਜਾਣ ਦੀ ਕੋਈ ਲੋੜ ਹੈ ਨਹੀਂ ਅਤੇ ਤੁਹਾਡੇ ਮੰਮੀ ਡੈਡੀ ਅਤੇ ਤੁਹਾਡੀ ਭੈਣ ਸਾਰੇ ਇੱਥੇ ਆ ਰਹੇ ਨੇ ਪੱਕੇ ਹੀ। ਅਤੇ ਮੈਨੂੰ ਇਹ ਸਮਝ ਨਹੀਂ ਆਈ ਕਿ ਯਾਰ ਅਚਾਨਕ ਇਹੋ ਜਿਹੀ ਕੀ ਗੱਲ ਹੋ ਗਈ ਜਿਹਦੇ ਕਰਕੇ ਮੈਂ ਹੁਣ ਕਲਕੱਤੇ ਸ਼ਹਿਰ ਵਾਪਸ ਨਹੀਂ ਜਾ ਸਕਦਾ। ਅਤੇ ਬਾਅਦ 'ਚ ਸਮਝ ਆਈ ਕਿ ਡੈਡੀ ਦਾ ਬਹੁਤ ਬੜਾ ਐਕਸੀਡੈਂਟ ਹੋਇਆ ਟੈਕਸੀ ਦਾ, ਅਤੇ ਉਹ ਰਿਪੇਅਰ ਕਰਨ ਦੇ ਮੇਰੇ ਖਿਆਲ ਪੈਸੇ ਨਹੀਂ ਹੋਣਗੇ ਉਹਨਾਂ ਕੋਲ ਕੋਈ ਚੋਇਸ ਨਹੀਂ ਹੋਗੀ ਅਤੇ ਉਹ ਸਾਰਿਆਂ ਨੂੰ ਲੈ ਕੇ ਵਾਪਸ ਪਿੰਡ ਆ ਗਏ। ਅਤੇ ਫਿਰ 6 ਸਾਲ ਮੈਂ ਬਿਸ਼ਨਗੜ੍ਹ ਜਿਹੜਾ ਕਿ ਪਿੰਡ ਸੰਗਰੂਰ ਦੇ ਵਿੱਚ ਆ ਉੱਥੇ ਰਿਹਾ ਅਤੇ ਜਿਹੜੀ ਇੰਗਲਿਸ਼ ਮੇਰੀ ਮਾੜੀ ਮੋਟੀ ਠੀਕ ਹੋਈ ਸੀਗੀ ਸ਼ਹਿਰ ਦੇ ਵਿੱਚ ਇੰਗਲਿਸ਼ ਮੀਡੀਅਮ ਜਾਣ ਕਰਕੇ ਉਹਦਾ ਜਿਹੜਾ ਕਹਿੰਦੇ ਨਾ ਸਤਰ ਥੱਲੇ ਆਉਂਦਾ ਗਿਆ ਕਿਉਂਕਿ ਕੋਈ ਇੰਗਲਿਸ਼ ਬੋਲਦਾ ਨਹੀਂ ਸੀਗਾ ਅਤੇ ਜੇ ਤੁਸੀਂ ਮਾੜੀ ਮੋਟੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਵੀ ਕਰਦੇ ਸੀਗੇ ਤਾਂ ਸਾਹਮਣੇ ਵਾਲੇ ਲੋਕ ਨਾ ਤੁਹਾਨੂੰ ਝਿੜਕ ਦਿੰਦੇ ਸੀਗੇ ਕਿ ਵੱਡਾ ਅੰਗਰੇਜ਼ ਆਇਆ ਅਤੇ ਉਹ ਜਿਹੜੀ ਮਾੜੀ ਮੋਟੀ ਕੌਨਫੀਡੈਂਸ ਸੀਗੀ ਅੰਦਰ ਉਹ ਬਿਲਕੁਲ ਹੀ ਜ਼ੀਰੋ ਹੋ ਗਈ। ਅਤੇ ਜਦ ਮੈਂ ਪਿੰਡ 'ਚ ਰਹਿਣਾ ਸ਼ੁਰੂ ਕੀਤਾ ਕਿਉਂਕਿ ਮੇਰਾ ਜਿਹੜਾ ਸਕਿਨ ਕਲਰ ਆ ਉਹ ਕਾਫੀ ਡਾਰਕ ਹੈ ਅਤੇ ਲੋਕ ਮੈਨੂੰ ਇੱਦਾਂ ਕਹਿੰਦੇ ਹੁੰਦੇ ਸੀ ਕਿ ਭਈਆ ਆ ਗਿਆ। ਅਤੇ ਮੈਨੂੰ ਪੰਜਾਬੀ ਵੀ ਨਾ ਬਹੁਤ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ, ਜਿਹੜੀ ਮੇਰੀ ਪੰਜਾਬੀ ਸੀਗੀ ਉਹ ਸ਼ਹਿਰੀ ਪੰਜਾਬੀ ਸੀਗੀ ਅਤੇ ਪੇਂਡੂ ਨਹੀਂ ਸੀਗੀ। ਅਤੇ ਜਦ ਮੈਂ ਕਦੇ ਪੰਜਾਬੀ ਵੀ ਬੋਲਦਾ ਹੁੰਦਾ ਸੀਗਾ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਇਹ ਪੰਜਾਬੀ ਆਪਣੇ ਵਰਗੀ ਨਹੀਂ ਹੈਗੀ। ਬਾਅਦ 'ਚ ਮੈਨੂੰ ਇਹ ਸਮਝ ਆਈ ਕਿ ਨਾ ਤਾਂ ਇੰਗਲਿਸ਼ ਦੀ ਗੱਲ ਆ, ਨਾ ਪੰਜਾਬੀ ਦੀ ਗੱਲ ਆ, ਨਾ ਕੋਈ ਹਿੰਦੀ ਦੀ ਗੱਲ ਆ। ਜੇ ਤੁਸੀਂ ਕੋਈ ਵੀ ਭਾਸ਼ਾ ਸਿੱਖਣਾ ਚਾਹੁੰਦੇ ਹੋ ਤਾਂ ਉਹ ਇੱਕ ਸਕਿੱਲ ਆ, ਤੁਸੀਂ ਐਕਵਾਇਰ ਕਰ ਸਕਦੇ ਹੋ, ਤੁਹਾਨੂੰ ਸਹੀ ਤਰੀਕੇ ਨਾਲ ਉਹ ਸਿੱਖਣਾ ਪੈਂਦਾ ਹੈ। ਪਿੰਡ ਦੇ ਵਿੱਚ ਜਦ ਮੈਂ ਹੁੰਦਾ ਸੀਗਾ ਮੈਨੂੰ ਮੇਰੇ ਪੇਰੈਂਟਸ ਨਾ ਕਿਸੇ ਤਰ੍ਹਾਂ ਲੁਧਿਆਣੇ ਦੇ ਇੱਕ ਸਕੂਲ ਦੇ ਵਿੱਚ ਐਡਮਿਟ ਕਰਾਤਾ ਅਤੇ ਮੈਂ 1.5 ਘੰਟੇ ਦਾ ਬੱਸ ਦਾ ਸਫ਼ਰ ਕਰਕੇ ਸ਼ੇਰਪੁਰ ਵਾਲੀ ਬੱਸ ਹੁੰਦੀ ਸੀਗੀ ਜਿਹੜੀ ਲੁਧਿਆਣੇ ਜਾਂਦੀ ਹੁੰਦੀ ਸਾਡੇ ਪਿੰਡ ਦੇ ਵਿੱਚੋਂ, 1.5 ਘੰਟੇ ਜਾਣਾ ਅਤੇ 1.5 ਘੰਟੇ ਵਾਪਸ ਆਉਣਾ, 3 ਘੰਟੇ ਜ਼ਿੰਦਗੀ ਦੇ ਨਾਲ ਚਲੇ ਜਾਂਦੇ ਸੀਗੇ ਸਿਰਫ ਸਕੂਲ ਜਾਣ ਆਉਣ ਦੇ ਵਿੱਚ। ਅਤੇ ਮਾਹੌਲ ਇੱਦਾਂ ਦਾ ਵਿਗੜਦਾ ਚਲਾ ਗਿਆ ਪਿੰਡ ਦੇ ਵਿੱਚ ਕਿ ਪੜ੍ਹਾਈ ਸਮਝ ਆਉਣ ਬੰਦ ਹੋ ਗਈ। 11ਵੀਂ ਦੇ ਵਿੱਚ ਜਦ ਮੇਰਾ ਐਗਜ਼ਾਮ ਹੋਇਆ ਅਤੇ ਮੈਂ ਐਗਜ਼ਾਮ ਦੇ ਵਿੱਚ ਗਿਆ ਹੀ ਨਹੀਂ। ਮੈਂ ਸੋਚਿਆ ਕਿ ਜਦ ਮੈਂ ਐਗਜ਼ਾਮ 'ਚ ਨਹੀਂ ਜਾਊਂਗਾ ਤਾਂ ਬਲਾ ਟਲ ਜੂਗੀ, ਜਿਵੇਂ ਉਹ ਕਹਿੰਦਾ ਨਾ ਕਬੂਤਰ ਅੱਖ ਬੰਦ ਕਰ ਲੈਂਦਾ ਸ਼ਿਕਾਰੀ ਨੂੰ ਦੇਖ ਕੇ ਕਿ ਮੈਂ ਜੇ ਅੱਖ ਬੰਦ ਕਰ ਲੂੰਗਾ ਤਾਂ ਪ੍ਰੋਬਲਮ ਖਤਮ ਹੋ ਜਾਊਗੀ, ਪਰ ਉਹ ਹੋਈ ਨਹੀਂ। ਫਿਰ ਨੇੜੇ ਇੱਕ ਸਾਡੇ ਸ਼ਹਿਰ ਆ ਛੋਟਾ ਜਿਹਾ ਅਹਿਮਦਗੜ੍ਹ ਮੰਡੀ, ਉੱਥੇ ਦਾਖਲਾ ਲਿਆ ਅਤੇ ਬੜੀ ਮੁਸ਼ਕਿਲ ਨਾਲ 12ਵੀਂ ਕੀਤੀ। 12ਵੀਂ 'ਚ ਵੀ ਕੰਪਾਰਟਮੈਂਟ ਆ ਗਈ ਮੈਥਸ ਦੇ ਵਿੱਚ, ਬੜਾ ਜ਼ੋਰ ਲਾਇਆ ਪਰ ਪੜ੍ਹਾਈ ਦੇ ਵਿੱਚ ਅਸੀਂ ਕੁਛ ਜ਼ਿਆਦਾ ਕਰ ਨਹੀਂ ਸਕੇ। ਫਿਰ ਗ੍ਰੈਜੂਏਸ਼ਨ ਕਰਨ ਲਈ ਦਿੱਲੀ ਦਾ ਸਫ਼ਰ ਸ਼ੁਰੂ ਹੋਇਆ ਮੇਰਾ। ਜਦ ਮੈਂ ਦਿੱਲੀ ਆਇਆ 2000 ਦੇ ਵਿੱਚ ਕਿ ਮੇਰਾ ਜਿਹੜਾ ਕੌਨਫੀਡੈਂਸ ਸੀ ਨਾ ਉਹ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਥੱਲੇ ਜਾ ਚੁੱਕਿਆ ਸੀ ਕਿਉਂਕਿ ਮੈਨੂੰ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰਨੀ ਆਉਂਦੀ ਸੀਗੀ। ਅਤੇ ਜਿਹੜੀ ਵੀ ਜਗ੍ਹਾ ਤੁਸੀਂ ਦਿੱਲੀ ਵਿੱਚ ਜਾਓ ਨਾ ਇੰਸਟੀਚਿਊਟ ਦੇ ਵਿੱਚ ਜਾਂ ਕੋਈ ਵੀ ਸੈਂਟਰ ਹੁੰਦਾ ਸੀਗਾ, ਉਹ ਜਿਹੜੀ ਰਿਸੈਪਸ਼ਨਿਸਟ ਹੁੰਦੀ ਸੀ ਮੈਡਮ ਉਹ ਇੰਗਲਿਸ਼ 'ਚ ਹੀ ਗੱਲ ਕਰਦੀ ਹੁੰਦੀ ਸੀ। ਪਹਿਲਾ ਸਵਾਲ ਉਹਨੇ ਪੁੱਛਣਾ ਤੁਹਾਨੂੰ ਦੇਖ ਕੇ, ਪਹਿਲਾਂ ਸਮਾਈਲ ਦਿੰਦੀ ਹੁੰਦੀ ਸੀ, ਫਿਰ ਉਹਨੇ ਇੰਗਲਿਸ਼ 'ਚ ਪੁੱਛਣਾ ਕਹਿੰਦੀ ਹਾਊ ਕੈਨ ਆਈ ਹੈਲਪ ਯੂ। ਅਤੇ ਮੇਰੇ ਵਰਗਾ ਮਾਤਰ ਬੰਦਾ ਜਿਹੜਾ ਪਿੰਡ ਤੋਂ ਆਇਆ ਸੀਗਾ ਕਿਉਂਕਿ ਇੰਗਲਿਸ਼ ਹੁਣ ਰਹੀ ਨਹੀਂ ਨਾਲ, ਅਤੇ ਇਹ ਸਮਝ ਨਹੀਂ ਆਉਂਦੀ ਸੀ ਕਿ ਹੁਣ ਜਵਾਬ ਕਿੱਦਾਂ ਦਈਏ ਦਾ, ਕਿਉਂਕਿ ਇਹ ਹੁੰਦਾ ਨਾ ਕਿ ਜੇ ਕੋਈ ਤੁਹਾਨੂੰ ਇੰਗਲਿਸ਼ 'ਚ ਸਵਾਲ ਪੁੱਛੇ ਤਾਂ ਐਂ ਲੱਗਦਾ ਕਿ ਇੰਗਲਿਸ਼ 'ਚ ਹੀ ਜਵਾਬ ਦੇਣਾ ਚਾਹੀਦਾ।
ਇਹ ਪਤਾ ਨਹੀਂ ਸੀ ਕਿ ਚਲੋ ਅਸੀਂ ਪੰਜਾਬੀ ਵੀ ਥੋੜ੍ਹੀ ਜਿਹੀ ਬੋਲ ਸਕਦੇ ਹਾਂ ਜਾਂ ਚਲੋ ਹਿੰਦੀ ਵੀ ਥੋੜ੍ਹੀ ਬੋਲ ਸਕਦੇ ਹਾਂ। ਉਦੋਂ ਸਾਰਾ ਜ਼ੋਰ ਦਿਮਾਗ ਦੇ ਦਿਲ ਦੇ ਵਿੱਚ ਇੰਨਾ ਪੈ ਜਾਂਦਾ ਸੀਗਾ, ਐਂ ਲੱਗਦਾ ਸੀ ਕਦੇ ਕਦੇ ਕਿ ਦਿਲ ਜਿਹੜਾ ਨਾ ਇੰਨਾ ਜ਼ੋਰ ਨਾਲ ਧੜਕ ਰਿਹਾ ਕਿ ਕਿਤੇ ਫਟ ਕੇ ਬਾਹਰ ਨਾ ਆ ਜਾਵੇ। ਅਤੇ ਕਈ ਵਾਰੀ ਤਾਂ ਨਾ ਜਾਂਦੇ ਹੀ ਨਹੀਂ ਹੁੰਦੇ ਸੀਗੇ, ਜਿਵੇਂ ਕਿਸੇ ਨੇ ਕਹਿ ਤਾ ਨਾ ਕਿ ਇੱਥੇ ਚਲੇ ਜਾਓ ਜੀ ਤੁਹਾਡਾ ਕੁਛ ਐਡਮਿਸ਼ਨ ਵਗੈਰਾ ਹੋ ਸਕਦਾ, ਅਤੇ ਉੱਥੇ ਜਾਂਦੇ ਹੀ ਨਹੀਂ ਸੀ ਡਰ ਦੇ ਮਾਰੇ, ਕਿਉਂਕਿ ਇੰਗਲਿਸ਼ ਬੋਲਣੀ ਪਊਗੀ। ਜਿੱਦਾਂ ਤਿੱਦਾਂ ਕਰਕੇ ਨਾ ਗ੍ਰੈਜੂਏਸ਼ਨ ਕੰਪਲੀਟ ਕੀਤੀ। ਫਿਰ ਆਈ ਜੀ ਬਾਰੀ ਜੋਬ ਲੈਣ ਦੀ। ਜਦ ਜੋਬ ਲੈਣ ਜਾਂਦੇ ਸੀਗੇ ਉਹ ਇੰਟਰਵਿਊ ਵੀ ਇੰਗਲਿਸ਼ 'ਚ ਹੁੰਦਾ ਸੀਗਾ, ਜਿਹਨੂੰ ਦੇਖੋ ਇੰਗਲਿਸ਼ 'ਚ ਹੀ ਗੱਲ ਕਰ ਰਿਹਾ ਹੈਗਾ ਇੰਟਰਵਿਊ ਦੇ ਵਿੱਚ। ਕਈ ਵਾਰੀ ਇੱਦਾਂ ਹੋਇਆ ਕਿ ਇੰਟਰਵਿਊ ਤਾਂ ਕਲੀਅਰ ਹੋਈ ਨਹੀਂ, ਜਵਾਬ ਦੇ ਨਹੀਂ ਹੋਇਆ ਚੰਗੀ ਤਰ੍ਹਾਂ, ਬਾਹਰ ਆ ਕੇ ਸਮਝ ਆਈ ਕਿ ਜਿਹੜਾ ਇੱਕ ਸਵਾਲ ਪੁੱਛਿਆ ਸੀ ਉਹਨੇ, ਉਹਦਾ ਜਵਾਬ ਆਉਂਦਾ ਸੀਗਾ, ਉਹ ਵੀ ਨਹੀਂ ਦਿੱਤਾ। ਕਿਉਂ ਜੀ? ਕਿਉਂਕਿ ਜੀ ਇੰਗਲਿਸ਼ ਬੋਲਣੀ ਪਊਗੀ। ਇੰਗਲਿਸ਼ ਦਾ ਇੰਨਾ ਜ਼ਿਆਦਾ ਭੂਤ ਦਿਮਾਗ ਦੇ ਵਿੱਚ ਚੜ੍ਹ ਗਿਆ ਸੀ ਕਿ ਉਸ ਚੱਕਰ 'ਚ ਜੋਬ ਹੀ ਨਹੀਂ ਲੱਗ ਸਕਦੀ ਸੀ ਮੇਰੀ, ਕੋਈ ਵੀ ਇੰਟਰਵਿਊ ਕਲੀਅਰ ਹੀ ਨਹੀਂ ਹੋ ਰਿਹਾ ਸੀਗਾ। ਅਤੇ ਮੇਰਾ ਜਿੰਨੇ ਵੀ ਇਹ ਇੰਟਰਨੈਸ਼ਨਲ ਕਾਲ ਸੈਂਟਰ ਨੇ, ਖਾਸ ਕਰ ਮੈਨੂੰ ਹਾਲੇ ਵੀ ਯਾਦ ਆ ਜਦੋਂ ਮੈਂ ਕਨਵਰਜੈਂਸ ਗਿਆ ਸੀ ਨਾ, ਪਹਿਲੇ ਰਾਊਂਡ ਦੇ ਵਿੱਚ ਨਾ ਉਹ ਬੰਦੇ ਨੇ ਸਵਾਲ ਪੁੱਛਿਆ, 3-4 ਸਵਾਲ ਪੁੱਛੇ, ਮੈਂ ਜੋ ਵੀ ਕਹਿ ਸਕਦਾ ਸੀ ਇੰਗਲਿਸ਼ 'ਚ ਕਿਹਾ, ਅਤੇ ਉਹਨੂੰ ਪਤਾ ਸੀ ਕਿ ਮੈਂ ਘਬਰਾਇਆ ਹੋਇਆ। ਮੈਨੂੰ ਹੁਣ ਇਹ ਸਮਝ ਆ ਗਈ ਹੈ ਇਸ ਗੱਲ ਦੀ ਕਿ ਉਹਨੂੰ ਪੱਕਾ ਪਤਾ ਸੀ ਮੈਂ ਘਬਰਾਇਆ ਹੋਇਆ। ਅਤੇ ਉਹ ਫਸਟ ਰਾਊਂਡ ਦੇ ਬਾਅਦ 'ਚ ਨਾ ਉਹਨੇ ਮੈਨੂੰ ਕਹਿ ਤਾ ਕਿ ਥੈਂਕ ਯੂ ਵੈਰੀ ਮੱਚ, ਵੀ ਆਰ ਵੈਰੀ ਸੌਰੀ, ਬਸ ਇੰਨਾ ਹੀ ਕਹਿ ਕੇ ਕਿ ਤੁਸੀਂ ਜਾ ਸਕਦੇ ਹੋ। ਅਤੇ ਮੈਂ ਦਿਮਾਗ 'ਚ ਸੋਚੀ ਜਾਵਾਂ ਕਿ ਯਾਰ ਰਿਜੈਕਟ ਕੀਤਾ ਤਾਂ ਕਿਹੜੀ ਗੱਲ ਉਹ ਕੀਤਾ, ਮੇਰੇ ਸਾਹਮਣੇ ਤਾਂ ਮੈਂ ਠੀਕ ਬੋਲਿਆ ਜਿੰਨਾ ਕੁ ਉਹਨੇ ਚਾਹੀਦਾ ਸੀਗਾ, ਪਰ ਹੋ ਸਕਦਾ ਕੋਈ ਇਹੀ ਚੀਜ਼ ਜਿਹੜੀ ਰਹਿ ਗਈ ਹੋਵੇ। ਅਤੇ ਮੈਂ ਜਦ ਬਾਹਰ ਨਿਕਲਿਆ ਨਾ, ਅਤੇ ਉੱਥੇ ਜਿਵੇਂ ਨਾ ਚਾਹ ਦੀ ਇੱਕ ਸਟਾਲ ਹੁੰਦੀ ਹੈ, ਚਾਹ ਦੀ ਸਟਾਲ ਲੱਗੀ ਹੋਈ ਸੀ, ਅਤੇ ਮੁੰਡੇ ਚਾਹ ਪੀ ਰਹੇ ਸੀਗੇ, ਉਹ ਵੀ ਇੰਟਰਵਿਊ ਦੇਣ ਆਏ ਹੋਏ ਸੀਗੇ। ਅਤੇ ਮੈਂ ਚਾਹ ਪੀਣ ਲੱਗ ਗਿਆ, ਅਤੇ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਹਾਡਾ ਹੋ ਗਿਆ? ਉਹ ਕਹਿੰਦੇ ਹਾਂ ਸਾਡਾ ਤਾਂ ਹੋ ਗਿਆ ਜੀ। ਅਤੇ ਮੈਂ ਕਿਹਾ ਯਾਰ ਮੇਰਾ ਨਹੀਂ ਹੋਇਆ। ਉਹ ਕਹਿੰਦੇ ਆ ਤੁਹਾਨੂੰ ਪਤਾ ਕਿ ਦੱਸਿਆ ਉਹਨਾਂ ਨੇ? ਮੈਂ ਕਿਹਾ ਨਹੀਂ ਕੁਛ ਨਹੀਂ ਦੱਸਿਆ। ਕਹਿੰਦੇ ਸੌਰੀ ਜੀ ਤੁਸੀਂ ਜਾ ਸਕਦੇ ਹੋ। ਅਤੇ ਉਹ ਫਿਰ ਉਹਨੇ ਨਾ ਮੈਨੂੰ ਮੁੰਡੇ ਨੇ ਆਪਣੇ ਹਿਸਾਬ ਨਾਲ 1-2 ਸਵਾਲ ਪੁੱਛੇ, ਅਤੇ ਫਿਰ ਮੈਂ ਜਿੱਦਾਂ ਜਵਾਬ ਦੇਣਾ ਸੀ ਦਿੱਤਾ। ਅਤੇ ਉਹ ਫਿਰ ਬੜੇ ਪਿਆਰ ਨਾਲ ਉਹਨੇ ਕਿਹਾ ਕਿ ਵੀਰੇ ਥੋੜ੍ਹੀ ਨਾ ਇੰਗਲਿਸ਼ ਦੇ ਵਿੱਚ ਇੰਪਰੂਵਮੈਂਟ ਚਾਹੀਦੀ ਹੈ। ਤੁਹਾਡਾ ਇੱਕ ਤਾਂ ਜਿਹੜਾ ਐਕਸੈਂਟ ਹੈ ਨਾ ਇਹ ਬਹੁਤ ਹੈਵੀ ਹੈ, ਤੁਹਾਡਾ ਜਿਹੜਾ ਪਿੰਡ ਵਾਲਾ ਰੀਜਨਲ ਐਕਸੈਂਟ ਹੈ ਨਾ ਉਹ ਤੁਹਾਡੇ ਇੰਗਲਿਸ਼ 'ਚ ਆ ਰਿਹਾ ਹੈਗਾ। ਜਿਵੇਂ ਪਹਿਲਾਂ ਨਾ ਮੈਂ ਲਾਇਸੈਂਸ ਕਹਿੰਦਾ ਹੁੰਦਾ ਸੀਗਾ, ਹੁਣ ਤਾਂ ਮੈਂ ਲਾਇਸੈਂਸ ਕਹਿੰਦਾ, ਪਹਿਲਾਂ ਲਾਇਸੈਂਸ ਹੁੰਦਾ ਸੀ। ਜਿਵੇਂ ਹੁਣ ਮੈਂ ਕੈਨੇਡਾ ਕਹਿੰਦਾ, ਪਹਿਲਾਂ ਕੈਨੇਡਾ ਹੁੰਦਾ ਸੀਗਾ। ਇਹ ਪਤਾ ਹੀ ਨਹੀਂ ਸੀਗਾ ਕਿ ਇੱਦਾਂ ਦੀ ਆਵਾਜ਼ ਜਿਹੜੀ ਆ ਉਹ ਤੁਹਾਡੇ ਕਾਲ ਸੈਂਟਰ ਵਾਲੇ ਨਾ ਕਰੀਅਰ ਨੂੰ ਖਰਾਬ ਕਰ ਸਕਦੀ ਹੈ ਜਾਂ ਫਿਰ ਤੁਹਾਡੀ ਇੰਟਰਵਿਊ ਨਹੀਂ ਕਲੀਅਰ ਕਰਵਾ ਸਕਦੀ। ਉਹ ਬੰਦੇ ਨੇ ਸੁਣਿਆ ਹੋਊਗਾ ਜਿਹੜਾ ਇੰਟਰਵਿਊਅਰ ਆ, ਅਤੇ ਉਹਨੇ ਦੇਖਿਆ ਕਿ ਬਾਈ ਇਹ ਤਾਂ ਜੀ ਬਹੁਤ ਜ਼ਿਆਦਾ ਇਹਦੇ ਹੈਵੀ ਰੀਜਨਲ ਐਕਸੈਂਟ ਨੇ, ਇਹ ਅੰਦਰ ਨਹੀਂ ਆ ਸਕਦਾ। ਅਤੇ ਬਹੁਤ ਸਾਰੇ ਇੰਟਰਵਿਊਜ਼ ਦੇਣ ਤੋਂ ਬਾਅਦ ਇੱਕ ਕੋਲਡ ਕਾਲਿੰਗ ਵਾਲੇ ਇੰਟਰਨੈਸ਼ਨਲ ਕਾਲ ਸੈਂਟਰ 'ਚ ਮੇਰੀ ਜੋਬ ਲੱਗ ਗਈ। ਮੈਨੂੰ ਲੱਗਦਾ ਸੀ ਨਾ ਸ਼ਾਇਦ ਉਹਨਾਂ ਨੂੰ ਇੱਕ ਨਾ ਕੋਈ ਟਾਰਗੇਟ ਹੋਊਗਾ ਕਿ 20 ਬੰਦੇ ਚਾਹੀਦੇ ਆ। ਮੈਂ ਨਾ ਅਖੀਰ ਵਾਲਾ ਬੰਦਾ ਸੀ ਜਿਹੜਾ ਇੰਟਰਵਿਊ ਲਈ ਗਿਆ ਸੀਗਾ। ਗਜਿੰਦਰ ਸੈਣੀ ਮੈਨੂੰ ਹਾਲੇ ਵੀ ਜ਼ਿਆਦਾ HR ਵਾਲਾ ਬੰਦਾ ਸੀ, ਸ਼ਾਇਦ ਆਪਣਾ ਪੰਜਾਬੀ ਬੰਦਾ ਹੋਊਗਾ। ਉਹਨੇ ਸੋਚਿਆ ਕਿ ਚਲੋ ਪੜ੍ਹ ਤਾਂ ਲਊ ਸਕ੍ਰਿਪਟ, ਜੇ ਨਹੀਂ ਸੇਲ ਕਰੂਗਾ ਤਾਂ ਹਫ਼ਤੇ ਬਾਅਦ ਇਹਨੂੰ ਬਾਹਰ ਕੱਢ ਦਾਂਗੇ। ਅਤੇ ਉੱਥੇ ਮੇਰੀ ਜੋਬ ਲੱਗ ਗਈ। ਅਤੇ ਉੱਥੇ ਮੈਨੂੰ ਇੱਕ ਟੀਚਰ ਮਿਲੀ ਮੇਘਨਾ ਬੇਦੀ, ਜਿਹੜੀ ਕਿ ਥੋੜ੍ਹੀ ਇੰਗਲਿਸ਼ ਥੋੜ੍ਹੀ ਇੰਪਰੂਵ ਕਰਾਉਂਦੀ ਹੁੰਦੀ ਸੀਗੀ। ਉਹਨੇ ਮੇਰੇ ਥੋੜ੍ਹਾ ਜਿਹਾ ਕੰਮ ਕੀਤਾ ਅਤੇ ਉੱਥੋਂ ਮੇਰੀ ਇੰਗਲਿਸ਼ ਜਿਹੜੀ ਹੈ ਨਾ ਇੰਪਰੂਵ ਹੋਣੀ ਸ਼ੁਰੂ ਹੋਈ। ਅਤੇ ਮੈਨੂੰ ਇਹ ਵੀ ਸਮਝ ਆਇਆ ਕਿ ਜੇ ਆਪਾਂ ਨਾ ਅਣਜਾਣ ਲੋਕਾਂ ਨਾਲ ਗੱਲ ਕਰੀਏ ਅਤੇ ਆਪਾਂ ਫਿਰ ਨਾ ਦਿਮਾਗ ਦੇ ਵਿੱਚ ਜੱਜਮੈਂਟ ਨਹੀਂ ਲੈਂਦੇ ਕਿ ਉਹ ਆਪਣੇ ਬਾਰੇ ਕੀ ਸੋਚ ਰਹੇ ਨੇ। ਹੁਣ ਜਦ ਮੈਂ ਫ਼ੋਨ 'ਤੇ ਅਮਰੀਕਨ ਲੋਕਾਂ ਨਾਲ ਗੱਲ ਕਰਨਾ ਸ਼ੁਰੂ ਕੀਤੀ, ਪਹਿਲਾਂ ਤਾਂ ਦੇਖੋ ਸਮਝ ਨਹੀਂ ਆਉਂਦੀ ਸੀ ਕਈ ਦਿਨ ਤੱਕ ਕਿ ਐਕਸੈਂਟ ਇੰਨਾ ਭਾਰੀ ਹੁੰਦਾ ਸੀ ਉਹਨਾਂ ਦਾ, ਅਮਰੀਕਨ ਐਕਸੈਂਟ, ਪਤਾ ਨਹੀਂ ਲੱਗਦਾ ਸੀ ਕਹਿ ਕੀ ਰਹੇ ਨੇ। ਡਰ ਦੇ ਮਾਰੇ ਨਾ ਫ਼ੋਨ ਹੀ ਰੱਖ ਦੇਣਾ। ਥੋੜ੍ਹੇ ਦਿਨਾਂ ਬਾਅਦ ਨਾ ਥੋੜ੍ਹੀ ਸਮਝ ਆਉਣ ਲੱਗ ਗਈ, ਕਿਉਂਕਿ ਪੜ੍ਹਨੀ ਲਿਖਣੀ ਤਾਂ ਆਉਂਦੀ ਸੀਗੀ, ਬੋਲਣ ਵਿੱਚ ਥੋੜ੍ਹੀ ਦਿੱਕਤ ਸੀਗੀ, ਖਾਸ ਕਰ ਉਸ ਅੰਦਾਜ਼ ਨਾਲ ਬੋਲਣ ਦੀ ਦਿੱਕਤ ਸੀਗੀ। ਉਹ ਜਿਹੜਾ ਹੁੰਦਾ ਨਾ ਕਹਿੰਦੇ ਨਿਊਟਰਲ ਐਕਸੈਂਟ ਜਾਂ ਕਹਿੰਦੇ ਅਮਰੀਕਨ ਐਕਸੈਂਟ, ਉਹ ਹੈ ਨਹੀਂ ਸੀਗਾ। ਫਿਰ ਕਰਦੇ ਕੁਛ ਮਹੀਨਿਆਂ ਬਾਅਦ ਨਾ ਐਕਸੈਂਟ ਵੀ ਇੰਪਰੂਵ ਹੋਣ ਲੱਗ ਗਿਆ, ਇੰਗਲਿਸ਼ ਦੀ ਫਲੋ ਵੀ ਚੰਗੀ ਹੋਣ ਲੱਗ ਗਈ। ਅਤੇ ਇਹ ਜਾ ਕੇ ਸਮਝ ਆਇਆ ਕਿ ਜੇ ਤੁਸੀਂ ਇੰਗਲਿਸ਼ ਬੋਲਣ ਵਾਲੇ ਲੋਕਾਂ ਨਾਲ ਉੱਠਦੇ ਬਹਿੰਦੇ ਹੋ ਤਾਂ ਤੁਹਾਡੀ ਇੰਗਲਿਸ਼ ਵੀ ਨਾ ਨੋਰਮਲੀ ਠੀਕ ਅਤੇ ਵਧੀਆ ਹੋਣ ਲੱਗ ਜਾਂਦੀ ਆ। ਅਤੇ ਇਹ ਜਿਹੜਾ ਹੈਗਾ ਨਾ, ਕਹਿੰਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਜਦ ਆਪਣੀ ਇੰਗਲਿਸ਼ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲੋਕਾਂ ਨਾਲ ਉੱਠਿਆ ਬੈਠਿਆ ਕਰੋ ਜਿਨ੍ਹਾਂ ਦੀ ਇੰਗਲਿਸ਼ ਚੰਗੀ ਹੋਵੇ, ਜਾਂ ਫਿਰ ਇਹੋ ਜਿਹੇ ਦੋਸਤ ਬਣਾਓ ਜਿਨ੍ਹਾਂ ਦੀ ਇੰਗਲਿਸ਼ ਚੰਗੀ ਹੋਵੇ। ਹਾਂ, ਮੈਨੂੰ ਇਹ ਵੀ ਪਤਾ ਹੈ ਕਿ ਆਸਾਨ ਨਹੀਂ ਹੈਗਾ ਉਹਨਾਂ ਦੇ ਨਾਲ ਉੱਠਣਾ ਬਹਿਣਾ, ਕਿਉਂਕਿ ਇਨਸਲਟ ਵੀ ਹੁੰਦੀ ਹੈ, ਐਂਬੈਰਸਮੈਂਟ ਵੀ ਹੁੰਦੀ ਹੈ। ਕਹਿੰਦੇ ਨਾ ਇਹੋ ਜਿਹੇ ਮੌਕੇ ਆਉਂਦੇ ਆ ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਇਹ ਤਾਂ ਮੇਰੀ ਬੇਇੱਜ਼ਤੀ ਹੋ ਗਈ। ਪਰ ਜੇ ਅਸੀਂ ਬੇਇੱਜ਼ਤੀ ਕਰਾਉਣ ਨੂੰ ਨਹੀਂ ਤਿਆਰ ਹੋਵਾਂਗੇ ਤਾਂ ਸਾਡੀ ਇੰਗਲਿਸ਼ ਵੀ ਚੰਗੀ ਨਹੀਂ ਹੋ ਸਕਦੀ। ਕਈ ਸਾਰੇ ਬੇਇੱਜ਼ਤੀ ਦੇ ਇਹੋ ਜਿਹੇ ਜਿਹੜੇ ਕਹਿੰਦੇ ਨੇ ਮੂਮੈਂਟ ਜਾਂ ਪਲ ਮੇਰੀ ਜ਼ਿੰਦਗੀ 'ਤੇ ਗੁਜ਼ਰੇ, ਅਤੇ ਕਰਦੇ ਇੰਗਲਿਸ਼ ਜਿਹੜੀ ਆ ਇੰਪਰੂਵ ਹੋਣ ਲੱਗ ਗਈ। ਅੱਛਾ ਦੇਖੋ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਕਿ ਲਰਨਿੰਗ ਇੰਗਲਿਸ਼ ਇਜ਼ ਅ ਅਨਐਂਬਲਿਸ਼ਡ ਪ੍ਰੋਸੈਸ। ਹੁਣ ਸੁਣਨ ਵਾਲਾ ਸੋਚੇ ਕਿ ਬਈ ਤੁਸੀਂ ਕਹਿ ਕੀ ਦਿੱਤਾ ਹੈ। ਹੁਣ ਇਹੀ ਚੀਜ਼ ਆਪਾਂ ਇੱਕ ਹੋਰ ਤਰੀਕੇ ਨਾਲ ਸੁਣਦੇ ਹਾਂ। ਲਰਨਿੰਗ ਇੰਗਲਿਸ਼ ਇਜ਼ ਅ ਵੈਰੀ ਸਿੰਪਲ ਪ੍ਰੋਸੈਸ। ਮਤਲਬ ਦੋਨਾਂ ਦੇ ਇੱਕੋ ਜਿਹੇ ਨੇ,
ਪਰ ਕੁਛ ਲੋਕਾਂ ਨੂੰ ਸ਼ਾਇਦ ਇਹ ਆਦਤ ਹੁੰਦੀ ਹੈ, ਸਾਨੂੰ ਸਿਖਾਇਆ ਜਾਂਦਾ ਇੰਡੀਅਨ ਕਲਚਰ ਦੇ ਵਿੱਚ ਕਿ ਇਹੋ ਜਿਹੇ ਭਾਰੀ ਸ਼ਬਦ ਕੱਢ ਕੇ ਲਿਆਓ ਜਿਹਦੇ ਨਾਲ ਸਾਹਮਣੇ ਵਾਲੇ ਨੂੰ ਇਹ ਲੱਗੇ ਕਿ ਸਾਨੂੰ ਕੁਛ ਨਹੀਂ ਆਉਂਦਾ ਹੈਗਾ। ਪਰ ਮਤਲਬ ਦੇਖੋ ਉਹੀ ਸੇਮ ਹੀ ਹੈ। ਇਹਨੂੰ ਸਿੰਪਲ ਕਹਿਣਾ ਵਧੀਆ, ਮੇਰੇ ਖਿਆਲ ਜ਼ਿਆਦਾ ਆਸਾਨ ਹੈ ਰਾਦਰ ਦੈਨ ਸੇਇੰਗ ਅਨਐਂਬਲਿਸ਼ਡ, ਉਹ ਵੀ ਸੇਮ ਮੀਨਿੰਗ ਹੁੰਦਾ ਉਸਦਾ। ਅਤੇ ਕਾਲ ਸੈਂਟਰ ਦੇ ਜੋਬ ਕਰਦੇ ਕਰਦੇ ਜਦ ਇੰਗਲਿਸ਼ ਇੰਪਰੂਵ ਹੋਣ ਲੱਗ ਗਈ, ਫਿਰ ਇੱਦਾਂ ਦਿਲ ਦੇ ਵਿੱਚ ਖਿਆਲ ਆਇਆ, ਕਿਉਂਕਿ ਆਮ ਕਈ ਪੰਜਾਬੀਆਂ ਦੇ ਵਿੱਚ ਦਿਲ ਦੇ ਵਿੱਚ ਇੱਕ ਖਿਆਲ ਆਉਂਦਾ ਕਿ ਯਾਰ ਕਿਉਂ ਨਾ ਫੋਰਨ ਕੰਟਰੀ ਜਾਈਏ, ਥੋੜ੍ਹਾ ਜਿਹਾ ਕੁਛ ਹੋਰ ਆਪਣੀ ਲਾਈਫ ਨੂੰ ਇੰਪਰੂਵ ਕਰੀਏ। ਪਰ ਪੈਸੇ ਹੈ ਨਹੀਂ ਸੀਗੇ, 7,000 8,000 10,000 ਪਾਊਂਡ ਕਾਲਜ ਦੀ ਫੀਸ ਕਿੱਥੋਂ ਭਰ ਸਕਦੇ ਸੀਗੇ। ਅਤੇ ਰੱਬ ਦਾ ਬੜਾ ਸ਼ੁਕਰ ਹੈ ਕਿ ਕਿਸੇ ਤਰ੍ਹਾਂ ਸਕੋਲਰਸ਼ਿਪ ਮਿਲੀ ਅਤੇ ਅਸੀਂ ਪਹੁੰਚੇ ਇੰਗਲੈਂਡ ਪਹੁੰਚੇ ਅਤੇ ਉੱਥੇ ਪੜ੍ਹਾਈ ਸ਼ੁਰੂ ਕੀਤੀ। ਉੱਥੇ ਜੋਬ ਕੋਈ ਮਿਲ ਨਹੀਂ ਰਹੀ ਸੀ, ਕਿਉਂਕਿ ਮੈਂ ਗਿਆ ਸੀ ਇੱਕ ਸ਼ਹਿਰ ਆ ਜਿਹਦਾ ਨਾਮ ਹੈਗਾ ਨਿਊਕੈਸਲ, ਇੱਕ ਛੋਟਾ ਜਿਹਾ ਸ਼ਹਿਰ ਆ ਨਾਰਥ ਈਸਟ ਇੰਗਲੈਂਡ ਦੇ ਵਿੱਚ। ਉੱਥੇ ਅਲੱਗ ਹੀ ਐਕਸੈਂਟ ਆ ਜਿਹੜਾ ਮੈਂ ਹਾਲੇ ਤੱਕ ਇੰਨਾ ਸੁਣਿਆ ਨਹੀਂ ਸੀਗਾ। ਅਤੇ ਜਦ ਸੇਮ ਪ੍ਰੋਬਲਮ ਫੇਰ ਸ਼ੁਰੂ ਹੋ ਗਈ, ਜਦ ਇੰਟਰਵਿਊ ਲਈ ਕਾਲ ਕਰਨਾ, ਫੋਨ ਚੱਕਣਾ, ਉਹ ਸਮਝ ਨਹੀਂ ਆਉਣੀ ਤਾਂ ਫੋਨ ਰੱਖ ਦੇਣਾ। ਜਦ ਤੁਸੀਂ ਗੱਲਬਾਤ ਹੀ ਨਹੀਂ ਕਰ ਸਕਦੇ ਤਾਂ ਜੋਬ ਕਿੱਥੋਂ ਮਿਲੂਗੀ। ਫਿਰ ਲੇਬਰ ਕੀਤੀ, ਸਿਕਿਉਰਿਟੀ ਕੀਤੀ ਕੁਛ ਮਹੀਨੇ। ਫਿਰ ਜਦ ਥੋੜ੍ਹੀ ਸਮਝ ਆਉਣ ਲੱਗ ਗਈ ਉੱਥੇ ਰਹਿ ਕੇ, ਜਿਵੇਂ ਹਰ ਚੀਜ਼ ਹੁੰਦੀ ਹੈ ਨਾ, ਤਾਂ ਤੁਸੀਂ ਕੋਈ ਚੀਜ਼ ਬਾਰ-ਬਾਰ ਜਿਵੇਂ ਸੁਣਦੇ ਹੋ ਤਾਂ ਤੁਹਾਨੂੰ ਹੌਲੀ ਉਹਦੀ ਸਮਝ ਪੈਣ ਲੱਗ ਜਾਂਦੀ ਹੈ। ਕੁਛ ਮਹੀਨਿਆਂ ਬਾਅਦ ਨਾ ਉਹ ਜਿਹੜਾ ਜੋੜੀ ਐਕਸੈਂਟ ਜਿਹਨੂੰ ਕਹਿੰਦੇ ਆ ਉੱਥੇ, ਉਹ ਸਮਝ ਆਉਣ ਲੱਗ ਗਈ। ਫਿਰ ਕਾਲ ਸੈਂਟਰ ਦੇ ਵਿੱਚ ਫਿਰ ਉੱਥੇ ਜੋਬ ਮਿਲ ਗਈ। ਅਤੇ ਕਾਲ ਸੈਂਟਰ 'ਤੇ ਜੋਬ ਕਰਦੇ ਕਰਦੇ ਦਿਲ ਦੇ ਵਿੱਚ ਨਾ ਇੱਕ ਖਿਆਲ ਆਇਆ, ਜਦ ਕਿਸੇ ਵੀਡੀਓ ਨੂੰ ਦੇਖ ਰਹੇ ਸੀ ਆਪਾਂ ਜਾਂ ਕੋਈ ਕਿਤਾਬ ਪੜ੍ਹ ਰਹੇ ਸੀ ਕਿ ਯਾਰ ਅਸੀਂ ਵੀ ਕਿਤਾਬ ਲਿਖਣੀ, ਅਸੀਂ ਕਿਉਂ ਨਹੀਂ ਕਿਤਾਬ ਲਿਖ ਸਕਦੇ, ਜਾਂ ਫਿਰ ਅਸੀਂ ਕਿਉਂ ਨਹੀਂ ਆਪਣੀ ਵੀਡੀਓ ਬਣਾ ਸਕਦੇ। ਅਤੇ ਟ੍ਰੇਨਰ ਬਣਨ ਦਾ ਨਾ ਦਿਮਾਗ ਦੇ ਵਿੱਚ ਕਹਿੰਦੇ ਨਾ ਭੂਤ ਸਵਾਰ ਹੋ ਗਿਆ ਕਿ ਟ੍ਰੇਨਰ ਬਣਨਾ ਹੈ, ਜਾ ਕੇ ਸਟੇਜ 'ਤੇ ਸਪੀਕਿੰਗ ਕਰਨੀ ਹੈ, ਕਿਉਂਕਿ ਜਦ ਇਹ ਲੋਕ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਅਤੇ ਜਦ ਸਿੱਖਣਾ ਸ਼ੁਰੂ ਕੀਤਾ, ਹੋਰ ਆਪਦੇ ਆਪ ਨੂੰ ਬਿਹਤਰ ਬਣਾਉਣਾ ਸ਼ੁਰੂ ਕੀਤਾ, ਅਤੇ ਕੁਛ ਲੋਕ ਆ ਕੇ ਇਹ ਕਹਿਣ ਲੱਗ ਗਏ ਕਿ ਜੀ ਤੁਹਾਡਾ ਐਕਸੈਂਟ ਜਿਹੜਾ ਨਾ ਉਹ ਠੀਕ ਨਹੀਂ ਹੈਗਾ, ਤੁਸੀਂ ਸਾਨੂੰ ਨਹੀਂ ਲੱਗਦਾ ਕਿ ਬਾਹਰਲੇ ਲੋਕਾਂ ਦੇ ਸਾਹਮਣੇ ਸਪੀਕਿੰਗ ਕਰ ਸਕਦੇ, ਤੁਸੀਂ ਇੰਡੀਆ ਚਲੇ ਜਾਓ ਉੱਥੇ ਕਰ ਲਓ, ਤੁਹਾਡੀ ਇੰਡੀਅਨ ਐਕਸੈਂਟ ਹੈਗੀ ਆ, ਉੱਥੇ ਇੰਗਲਿਸ਼ ਸਪੀਕਿੰਗ ਕਰ ਲਓ। ਮੈਂ ਕਿਹਾ ਯਾਰ ਕੁਛ ਤਾਂ ਰਾਹ ਹੋਣਾ ਚਾਹੀਦਾ, ਕੋਈ ਤਰੀਕਾ ਹੋਊਗਾ। ਫਿਰ ਕੁਛ ਲੋਕ ਕਹਿਣ ਲੱਗੇ ਕਿ ਜੇ ਤੁਸੀਂ ਤੇਜ਼ ਬਹੁਤ ਬੋਲਦੇ ਹੋ, ਕਿਉਂਕਿ ਨਾ ਨੋਰਮਲ ਕਹਿੰਦੇ ਕਿ ਇੰਡੀਅਨ ਜਿਹੜੇ ਨੇ ਜਾਂ ਏਸ਼ੀਅਨ ਨੇ, ਉਹਨਾਂ ਦੀ ਜਿਹੜੀ ਰੇਟ ਆਫ ਸਪੀਚ ਆ ਉਹ ਜ਼ਿਆਦਾ ਹੈ ਇਨ ਕੰਪੈਰੀਜ਼ਨ ਟੂ ਜਿਹੜੇ ਬਾਹਰ ਦੇ ਲੋਕ ਹੁੰਦੇ ਆ ਅਤੇ ਫਿਰ ਉਹਦੇ 'ਤੇ ਵੀ ਕੰਮ ਕੀਤਾ, ਥੋੜ੍ਹਾ ਸਲੋ ਕੀਤਾ ਆਪਦੇ ਆਪ ਨੂੰ, ਤਾਂ ਕਿ ਜਿਹੜੇ ਬਾਹਰਲੀ ਆਡੀਅנס ਆ ਉਹਦੇ ਸਾਹਮਣੇ ਵੀ ਆਪਾਂ ਗੱਲਬਾਤ ਕਰ ਸਕੀਏ। ਅਤੇ ਕਰਦੇ ਕਰਦੇ ਇੰਗਲਿਸ਼ ਦੇ ਵਿੱਚ ਕੰਮ ਕਰਦੇ ਹੋਏ, ਆਪਦੇ ਐਕਸੈਂਟ ਦੇ ਉੱਤੇ ਕੰਮ ਕਰਦੇ ਹੋਏ, ਰੇਟ ਆਫ ਸਪੀਚ ਨੂੰ ਥੋੜ੍ਹਾ ਠੀਕ ਕਰਦੇ ਹੋਏ, ਉਹ ਟਾਈਮ ਵੀ ਆ ਗਿਆ ਜਦ ਅਸੀਂ ਸਟੇਜ 'ਤੇ ਗਏ ਅਤੇ ਕਈ ਹਜ਼ਾਰ ਲੋਕ ਸਾਹਮਣੇ ਮੇਰੇ ਸੀਗੇ ਸਟੇਜ, ਜਦ ਮੈਂ ਸਟੇਜ ਦੇ ਉੱਪਰ ਸੀਗਾ। ਜਦ ਮੈਂ ਆਪਦੀ ਸਪੀਚ ਖਤਮ ਕੀਤੀ, ਐਂਡ ਦੇ ਵਿੱਚ ਸਾਰੇ ਖੜ੍ਹੇ ਹੋ ਗਏ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੇ ਰੌਂਟੇ ਜਿਹੜੇ ਨਾ ਸਾਰੇ ਪਿੰਡ ਦੇ ਵਿੱਚ ਖੜ੍ਹੇ ਹੋ ਗਏ ਸੀਗੇ, ਇਹ ਦੇਖ ਕੇ ਕਿ ਕੁਛ ਹਜ਼ਾਰ ਲੋਕ ਖੜ੍ਹੇ ਹੋ ਗਏ ਅਤੇ ਤੁਹਾਡੇ ਲਈ ਤਾਲੀਆਂ ਵਜਾ ਰਹੇ ਨੇ। ਇੱਕ ਇਹੋ ਜਿਹਾ ਸੁਪਨਾ ਮੈਂ ਦੇਖਿਆ ਸੀ, ਕਦੇ ਇਹੋ ਜਿਹਾ ਸਮਾਂ ਆਊਗਾ ਕਿ ਬਾਹਰਲੇ ਲੋਕ ਸਾਡੇ ਲਈ ਤਾਲੀ ਵਜਾਉਣਗੇ, ਅਤੇ ਉਹ ਸਮਾਂ ਮੇਰੇ ਸਾਹਮਣੇ ਪੂਰਾ ਹੋ ਰਿਹਾ ਸੀਗਾ। ਅਤੇ ਉੱਥੋਂ ਮੈਨੂੰ ਇਹ ਵੀ ਚੀਜ਼ ਸਮਝ ਆਈ ਕਿ ਜਿਹੜਾ ਸਾਡਾ ਮਾਹੌਲ ਹੁੰਦਾ ਨਾ, ਜਿਹੜਾ ਸਾਡਾ ਇਨਵਾਇਰਮੈਂਟ ਹੁੰਦਾ, ਉਹ ਸਾਨੂੰ ਬਣਾਉਂਦਾ ਕਿ ਅਸੀਂ ਕੀ ਬਣ ਸਕਦੇ ਹਾਂ। ਅਤੇ ਇਹੋ ਜਿਹੇ ਲੋਕਾਂ ਦੇ ਨਾਲ ਉੱਠਿਆ ਬੈਠਿਆ ਕਰੋ ਜਿਨ੍ਹਾਂ ਦੀ ਇੰਗਲਿਸ਼ ਕਾਫੀ ਅੱਛੀ ਹੋਵੇ, ਜਾਂ ਫਿਰ ਇਹੋ ਜਿਹੇ ਨੈਟਵਰਕ ਬਣਾਓ, ਜਾਂ ਇਹੋ ਜਿਹੇ ਨਵੇਂ ਦੋਸਤ ਬਣਾਓ ਜਿਨ੍ਹਾਂ ਦੀ ਇੰਗਲਿਸ਼ ਚੰਗੀ ਹੋਵੇ। ਦੇਖੋ ਮੈਨੂੰ ਇਹ ਵੀ ਪਤਾ ਕਿ ਤੁਸੀਂ ਉਹਨਾਂ ਦੇ ਨਾਲ ਉੱਠੋ ਬੈਠੋਗੇ ਤਾਂ ਥੋੜ੍ਹੀ ਜਿਹੀ ਤਕਲੀਫ ਹੋਊਗੀ, ਕਿਉਂਕਿ ਇਹੋ ਜਿਹੇ ਮੂਮੈਂਟਸ ਵੀ ਹੋਣਗੇ ਜਿੱਥੇ ਤੁਹਾਨੂੰ ਲੱਗੇਗਾ ਕਿ ਯਾਰ ਮੇਰੀ ਇੰਗਲਿਸ਼ ਤਾਂ ਇੰਨੀ ਅੱਛੀ ਨਹੀਂ ਹੈਗੀ, ਇਹਨਾਂ ਦੀ ਕਾਫੀ ਅੱਛੀ ਹੈ। ਪਰ ਉਸ ਮਾਹੌਲ ਦੇ ਵਿੱਚ ਰਹਿਣ ਨਾਲ ਨਾ ਤੁਹਾਡੀ ਇੰਗਲਿਸ਼ ਆਪਦੇ ਆਪ ਇੰਪਰੂਵ ਹੋਣ ਲੱਗ ਜਾਊਗੀ। ਸੋ ਇੰਗਲਿਸ਼ ਇੱਕ ਵਾਰੀ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਭਾਸ਼ਾ ਹੈ, ਇੱਕ ਸਕਿੱਲ ਹੈ, ਇਹ ਕੋਈ ਟੈਲੈਂਟ ਨਹੀਂ ਹੈਗਾ। ਲੋਕ ਕਹਿੰਦੇ ਨੇ ਕਿ ਇਹ ਬੱਚਾ ਜੀ ਬੜਾ ਟੈਲੈਂਟਡ ਹੈ। ਹਰ ਬੱਚਾ ਮੇਰੇ ਹਿਸਾਬ ਨਾਲ ਜਿਹੜਾ ਪੈਦਾ ਹੁੰਦਾ ਦੁਨੀਆ 'ਚ, ਉਹ ਪੂਰਾ ਟੈਲੈਂਟ ਲੈ ਕੇ ਪੈਦਾ ਹੁੰਦਾ, ਨਹੀਂ ਤਾਂ ਉਹ ਪੈਦਾ ਹੀ ਨਹੀਂ ਹੁੰਦਾ। ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੈ ਇੰਗਲਿਸ਼ ਇੰਪਰੂਵ ਕਰਨ ਲਈ, ਜਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਇੰਪਰੂਵ ਕਰਨ ਲਈ, ਉਹ ਹੁੰਦਾ ਕਿ ਥੋੜ੍ਹਾ ਜਜ਼ਬਾ ਉਸ ਸਕਿੱਲ ਨੂੰ ਐਕਵਾਇਰ ਕਰਨ ਦਾ ਜਾਂ ਸਕਿੱਲ ਨੂੰ ਸਿੱਖਣ ਦਾ। ਜੇ ਆਪਾਂ ਆਪਣਾ ਮਨ ਬਣਾ ਲਈਏ ਅਤੇ ਸਕਿੱਲ ਸਿੱਖਣ ਵਿੱਚ ਜ਼ੋਰ ਲਾ ਦਈਏ ਤਾਂ ਕੋਈ ਕਹਿੰਦੇ ਨਾ ਦੁਨੀਆ ਦੀ ਤਾਕਤ ਆਪਾਂ ਨੂੰ ਰੋਕ ਨਹੀਂ ਸਕਦੀ ਉੱਥੇ ਪਹੁੰਚਣ ਨੂੰ। जोश टॉक्स ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।